पेश है विज्ञान लड़ीवार आउण वाला कल दी 18वीं कड़ी। प्यारे श्रोतियो, बनावटी बौद्धिकता दी विज्ञान वरतों ते भविख बाबत साडी लड़ीवार आउण वाला कल दी 18वीं कड़ी मेरा प्यारा वाटसन विच निੱਘਾ स्वागत है। ਤੇ ਲਓ ਸੁਣੋ ਹੁਣ ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਸਾਡੀ ਅੱਜ ਦੀ ਕੜੀ ਮੇਰਾ ਪਿਆਰਾ ਵਾਟਸਨ। प्यारे वाटसन, ਤੁਹਾਨੂੰ अंगूठी मिल गई है? हाँ, वो तो मिलनी ही सी। जरा दिखाई ਤਾਂ ਮੈਨੂੰ। ਤੂੰ ਇੰਨਾ ਪਰੇਸ਼ਾਨ ਕਿਉਂ ਨਜ਼ਰ ਆ ਰਿਹਾ ਹੈ? ਤੂੰ ਮੇਰੇ ਘਰ ਦੇ ਡਰਾਇੰਗ ਰੂਮ ਵਿੱਚ ਹੈ, 221 ਬੀ ਬੇਕਰ ਸਟਰੀਟ ਦੇ ਵਿੱਚ। ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਹ ਤੇਰੇ ਆਪਣੇ ਘਰ ਤੋਂ ਵੀ ਬਿਹਤਰ ਹੈ ਤੇਰੇ ਲਈ। ਘਬਰਾ ਨਾ, ਮੈਨੂੰ ਜਲਦੀ ਅੰਗੂਠੀ ਦਿਖਾ ਯਾਰ। आ ले देख। वाह, शानदार। पर हैं इस विच हीरा तो इन्ना छोटा है कि बिल्कुल नाम मात्र ही नज़र आ रहा है। हाँ, हुण तां मेरी परोखो विच इहो ही है। ਜਦੋਂ ਤੱਕ ਕਿ ਤੁਹਾਡੀ ਡਾਕਟਰੀ ਪ੍ਰੈਕਟਿਸ ਚੰਗੀ ਤਰ੍ਹਾਂ ਨਹੀਂ ਚੱਲ ਨਿਕਲਦੀ ਹੈ ਨਾ ਤੇ ਤੁਸੀਂ ਰੱਜਵੇਂ ਪੈਸੇ ਨਹੀਂ ਕਮਾ ਲੈਂਦੇ। ਕਿਉਂ? ਠੀਕ ਆਖਿਆ ਨਾ ਮੈਂ? ਠੀਕ ਗਲਤ ਨੂੰ ਛੱਡੋ, ਤੁਸੀਂ ਆਪਣੀ ਗੱਲ ਕਹੋ। ਚਾਹੁੰਦੇ ਕੀ ਹੋ ਤੁਸੀਂ? ਦੇਖ, ਮੈਂ ਚਾਹੁੰਦਾ ਕਿ ਤੂੰ ਇਸ ਨੂੰ ਐਸ ਨਾਲ ਬਦਲ ਲੈ। ਦੇਖ, ਇਹ ਬੋਹੀਮੀਆ ਦੇ ਰਾਜਾ ਨੇ ਮੈਨੂੰ ਦਿੱਤਾ ਸੀ। ਵਾਹ, ਕਿੰਨਾ ਖੂਬਸੂਰਤ ਗੁਲਾਬੀ ਹੀਰਾ, ਬੇਮਿਸਾਲ। ਵਾਟਸਨ, ਦੇਖੋ, ਅਸੀਂ ਦੋਵੇਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਮੈਂ ਤੇ ਕਦੀ ਇਸ ਨੂੰ ਵਰਤਣਾ ਹੀ ਨਹੀਂ। ਓ ਲੋ, ਆ ਗਈ ਮੇਰੀ ਵੀ। ਅਜੇ ਵੀ ਤੇਰੀਆਂ ਨਜ਼ਰਾਂ ਅੰਗੂਠੀ ਤੇ ਹੀ ਹੈ ਹੋਮਸ। ਇਸ ਅੰਗੂਠੀ ਉੱਪਰ ਮੇਰੀ ਦਾ ਹੱਕ ਹੈ। ਇਸ ਅੰਗੂਠੀ ਨਾਲ ਉਹਦੀ ਸੁੰਦਰਤਾ ਹੋਰ ਨਿਖਰ ਜਾਏਗੀ। ਅਜੇ ਵੀ ਤੁਸੀਂ ਆਪਣੇ ਵਾਲੀ ਅੰਗੂਠੀ ਦੀ ਹੀ ਰੱਟ ਲਗਾ ਰਹੇ ਹੋ। ਮੇਰੇ ਮਨੋ ਭਾਵਾਂ ਨੂੰ ਵੀ ਤਾਂ ਸਮਝਣ ਦੀ ਕੋਸ਼ਿਸ਼ ਕਰੋ ਹੋਮਸ। ਮੈਂ ਜ਼ਰਾ ਦਰਵਾਜ਼ਾ ਖੋਲਾਂ। ਦੇਖੋ ਵਾਟਸਨ, ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ। ਆਓ ਮੈਰੀ, ਆਓ ਆਓ, ਆ ਜਾਓ। ਮੈਂ ਤੁਹਾਡੇ ਦੋਵਾਂ ਲਈ ਕੁਝ ਲੈ ਕੇ ਆਈ ਹਾਂ। ਆ ਲਓ ਹੋਮਸ, ਇੱਕ ਪੈਕੇਟ ਤੇਰੇ ਲਈ ਤੇ ਆਹ ਪੈਕੇਟ ਤੇਰੇ ਲਈ ਵਾਟਸਨ। ਹਾਂ, ਪਰ ਇਹ ਹੈ ਕੀ ਹੈ? ਰੁਕੋ ਰੁਕੋ ਰੁਕੋ, ਮੈਂ ਦੱਸਦਾ। ਇਹ ਮੇਰੇ ਖਿਆਲ 'ਚ ਇਸ ਵਿੱਚ ਹਾਥੀ ਦੰਦ ਤੋਂ ਬਣਿਆ ਕੋਈ ਕੀਮਤੀ ਅੰਗਰੇਜ਼ੀ ਦੇ T ਅੱਖਰ ਦੇ ਆਕਾਰ ਦਾ ਕੁਝ ਹੋਮਸ, ਇਹ ਤਾਂ ਤੁਸੀਂ ਐਵੇਂ ਤੁੱਕੇ ਲਗਾ ਰਹੇ ਹੋ। ਮੈਨੂੰ ਲੱਗਦਾ ਕਿ ਪਤਾ ਤੁਹਾਨੂੰ ਵੀ ਕੁਝ ਨਹੀਂ ਹੈ ਇਹਦੇ ਬਾਬਤ। ਮੈਨੂੰ ਲੱਗਦਾ ਫੜਿਆ ਗਿਆ ਮੈਂ। ਵਾਟਸਨ, ਮੈਨੂੰ ਕੋਈ ਸੁਰਾਗ ਵੀ ਤਾਂ ਨਹੀਂ ਨਾ ਮਿਲਿਆ? ਇਹ ਅਮਰੀਕਾ ਤੋਂ ਆਇਆ, ਇੱਕਦਮ ਨਵੀਂ ਚੀਜ਼ ਹੈ ਇਹ। ਇਸ ਨੂੰ ਸੇਫਟੀ ਰੇਜ਼ਰ ਕਹਿੰਦੇ ਨੇ। ਤੂੰ ਇਸ ਨਾਲ ਸ਼ੇਵ ਬਣਾ ਸਕਦਾ ਹੈ ਤੇ ਉਹ ਵੀ ਬਲੇਡ ਨਜ਼ਰ ਆਏ ਬਿਨਾ। ਜ਼ਰਾ ਦੇਖੋ ਮੈਰੀ, ਇਹਨੂੰ ਵੇਖ ਕੇ ਤਾਂ ਮਹਾਨ ਸ਼ਾਰਲਕ ਹੋਮਸ ਵੀ ਬਹੁਤ ਹੈਰਾਨ ਹੋ ਰਹੇ ਨੇ। ਸ਼ੁਕਰੀਆ ਮੈਰੀ, ਬਹੁਤ ਬਹੁਤ ਧੰਨਵਾਦ। ਵਾਹ, ਕਿੰਨੀ ਸ਼ਾਨਦਾਰ ਹੈ। ਹਾਂ, ਮੈਨੂੰ ਵੀ ਕਾਫੀ ਮਜ਼ਾ ਆਇਆ। ਵਾਟਸਨ ਦੀ ਮੰਗਣੀ ਦੇ ਨਾਲ-ਨਾਲ ਸ਼ਾਰਲਕ ਹੋਮਸ ਦੀ ਕਹਾਣੀ ਦਾ ਅੰਤ। ਇਹ ਤਾਂ ਇਸ ਸਮਾਗਮ ਵਾਸਤੇ ਵਿਸ਼ੇਸ਼ ਪੇਸ਼ਕਸ਼ ਰਹੀ। ਉਹ ਵੇਖੋ, ਰੰਜਨ ਜੀ ਆ ਰਹੇ ਨੇ, ਸਾਡੇ ਵਾਟਸਨ।
ਵਾਹ ਰੰਜਨ ਜੀ, ਤੁਸੀਂ ਤਾਂ ਬਹੁਤ ਸ਼ਾਨਦਾਰ ਐਕਟਿੰਗ ਕੀਤੀ। ਤੁਹਾਡੀ ਜ਼ਬਰਦਸਤ ਅਦਾਕਾਰੀ ਤੇ ਤਾਂ ਸਭ ਫਿਦਾ ਹੋ ਗਏ। ਸ਼ੁਕਰੀਆ ਅਭੈ ਜੀ। ਇਹ ਲਓ, ਪਿੱਛੇ ਪਿੱਛੇ ਸ਼ਾਰਲਕ ਹੋਮਸ ਵੀ ਆ ਗਏ। ਆਓ ਸ਼੍ਰੀਧਰ ਜੀ, ਸਾਡਾ ਸਲਾਮ ਕਬੂਲ ਕਰੋ। ਸਾਡੀ ਮੈਰੀ ਨਜ਼ਰ ਨਹੀਂ ਆ ਰਹੀ। ਵਰਖਾ ਤਾਂ ਕੱਪੜੇ ਬਦਲਣ ਵਾਸਤੇ ਹੁਣੇ ਆਪਣੇ ਅਪਾਰਟਮੈਂਟ 'ਚ ਗਈ ਹੈ। ਬਸ ਜਲਦੀ ਆਂਦੀ ਹੋਏਗੀ, ਪਤਾ ਨਹੀਂ ਪਹੁੰਚਣ ਹੀ ਵਾਲੀ ਹੋਏਗੀ। ਉਹ ਆ ਤਾਂ ਜਾਵੇਗੀ, ਅਸੀਂ ਆਪਣੀ ਅਦਾਕਾਰੀ ਬਿਨਾ ਕਿਵੇਂ ਜਾਣ ਦਿਆਂਗੇ ਉਹਨੂੰ। ਸਾਡੇ ਤੋਂ ਆਪਣੀ ਭਰਪੂਰ ਤਾਰੀਫ ਤਾਂ ਸੁਣ ਲਵੇ ਉਹ। ਪਰ ਫਿਲਹਾਲ ਮੈਨੂੰ ਜਾਣਾ ਪਏਗਾ, ਕੋਈ ਜ਼ਰੂਰੀ ਕੰਮ ਆ ਗਿਆ। ਕੀ ਜ਼ਰੂਰੀ ਕੰਮ ਆ ਗਿਆ? ਆਫਿਸ ਤਾਂ ਸਾਰੇ ਬੰਦ ਆ ਹੋਲੀ ਕਰਕੇ। ਕੰਮ ਤਾਂ ਆਫਿਸ ਦਾ ਹੀ ਹੈ, ਪਰ ਮੈਂ ਆਫਿਸ ਨਹੀਂ ਜਾ ਰਿਹਾ। ਇਸ ਕੰਮ ਨੂੰ ਕਰਨ ਲਈ ਮੈਨੂੰ ਕੁਝ ਲੰਬੇ ਸਫ਼ਰ 'ਤੇ ਜਾਣਾ ਹੈ, ਦੂਸਰੇ ਸ਼ਹਿਰ ਦਾ ਮਾਮਲਾ ਹੈ। ਆਪਣਾ ਖਿਆਲ ਰੱਖਣਾ। ਰਾਹ ਚੱਲਦੇ ਲੋਕਾਂ ਤੇ ਹੋਲੀ ਦੀ ਖੁਮਾਰੀ ਅਜੇ ਬਾਕੀ ਹੋਵੇਗੀ। ਤੁਹਾਨੂੰ ਪਤਾ ਹੀ ਹੈ ਕਿ ਉਹ ਹੋਲੀ ਵੇਲੇ ਕੀ ਕੁਝ ਕਰ ਦਿੰਦੇ ਨੇ। ਹਾਈਵੇ ਤਾਂ ਸੁਨਸਾਨ ਹੀ ਹੋਏਗਾ, ਮੈਨੂੰ ਨਹੀਂ ਲੱਗਦਾ ਕਿ ਕੋਈ ਦਿੱਕਤ ਆਏਗੀ। ਸ਼੍ਰੀਧਰ ਜੀ, ਸਾਡੇ ਨਾਲ ਡਿਨਰ ਕਰ ਲੈਣਾ। ਡਿਨਰ ਤੋਂ ਬਾਅਦ ਚਲੇ ਜਾਣਾ। ਇਹ ਨਾ ਸੋਚਣਾ ਕਿ ਕਿਸੇ ਨੂੰ ਤੁਹਾਡੀ ਫਿਕਰ ਹੀ ਨਹੀਂ, ਇਸ ਲਈ ਕਿ ਤੁਸੀਂ ਤਾਂ ਅਜੇ ਕੁਆਰੇ ਹੋ। ਨੂਪਰ ਜੀ, ਮੈਨੂੰ ਮਾਣ ਹੈ ਕਿ ਮੈਂ ਇਸ ਸੁਸਾਇਟੀ 'ਚ ਰਹਿਣਾ। ਤੁਸੀਂ ਇੰਨਾ ਧਿਆਨ ਰੱਖਦੇ ਹੋ ਮੇਰਾ। ਪਰ ਫਿਲਹਾਲ ਮੈਨੂੰ ਜਾਣਾ ਹੀ ਹੋਏਗਾ। ਰੁਕਣ ਲਈ ਜ਼ੋਰ ਨਾ ਦਿਓ। ਹੁਣ ਚੱਲਦਾ, ਬਾਏ। ਚੰਗਾ ਜੀ, ਬਾਏ। ਹੈਲੋ ਸ਼੍ਰੀਧਰ, ਕਿੱਥੇ ਹੋ ਤੁਸੀਂ? ਰਾਤ ਹੀ ਤੁਸੀਂ ਕਾਰ ਵਿੱਚ ਚਲੇ ਗਏ ਸੀ ਨਾ, ਤਾਂ ਸਾਨੂੰ ਤੁਹਾਡੀ ਚਿੰਤਾ ਹੋ ਰਹੀ ਸੀ। ਹਾਂ, ਹੈਲੋ, ਧਿਆਨ ਨਾਲ ਸੁਣੋ ਰੰਜਨ। ਦਰਅਸਲ ਕਾਰ ਚਲਾਉਂਦੇ ਵਕਤ ਇੱਕ ਐਕਸੀਡੈਂਟ ਹੋ ਗਿਆ। ਕੀ ਕਿਹਾ? ਐਕਸੀਡੈਂਟ? ਤੁਸੀਂ ਠੀਕ ਤਾਂ ਹੋ ਨਾ? ਹਾਂ, ਮੈਂ ਬਿਲਕੁਲ ਠੀਕ ਹਾਂ। ਚਿੰਤਾ ਦੀ ਕੋਈ ਗੱਲ ਨਹੀਂ, ਬਸ ਹਲਕੀ ਫੁਲਕੀ ਸੱਟ ਲੱਗੀ ਹੈ। ਪਰ ਕਾਰ ਦਾ ਅਗਲਾ ਹਿੱਸਾ ਕਾਫੀ ਨੁਕਸਾਨ ਹੋਇਆ। ਪਰ ਹੁਣ ਕਿੱਥੇ ਹੋ ਤੁਸੀਂ? ਮੈਂ ਇੱਥੇ ਇੱਕ ਹੋਟਲ ਲੈ ਲਿਆ ਹੈ। ਇਸੇ ਸ਼ਨੀਵਾਰ ਤੱਕ ਮੈਂ ਵਾਪਸ ਆ ਜਾਵਾਂਗਾ। ਪਰ ਮੇਰੀ ਤੁਹਾਨੂੰ ਇੱਕ ਗੁਜ਼ਾਰਿਸ਼ ਹੈ। ਹਾਂ ਦੱਸੋ, ਸੰਕੋਚ ਨਾ ਕਰੋ। ਮੈਂ ਕਾਰ ਦੇ ਇੰਸ਼ੋਰੈਂਸ ਦੀ ਗੱਲ ਕਰ ਰਿਹਾ ਹਾਂ। ਤੁਸੀਂ ਤਾਂ ਜਾਣਦੇ ਹੀ ਹੋ ਕਿ ਬੀਮਾ ਕੰਪਨੀਆਂ ਤੋਂ ਕਲੇਮ ਲੈਣਾ ਇੰਨਾ ਆਸਾਨ ਤਾਂ ਹੈ ਨਹੀਂ। ਉਹ ਪੂਰੀ ਜ਼ਿੰਮੇਵਾਰੀ ਸਾਡੇ ਉੱਪਰ ਥੋਪਣ ਦੀ ਕੋਸ਼ਿਸ਼ ਕਰਦੀਆਂ ਨੇ। ਉਹ ਤਾਂ ਹੈ, ਪਰ ਇਹ ਦੱਸੋ ਕਿ ਮੈਂ ਕਿਵੇਂ ਮਦਦ ਕਰ ਸਕਦਾ ਤੁਹਾਡੀ? ਮੈਂ ਤੁਹਾਨੂੰ ਕੁਝ ਫੋਟੋਗ੍ਰਾਫ ਈਮੇਲ ਕਰਦਾ। ਤੁਸੀਂ ਕਿਸੇ ਚੰਗੇ ਸਟੂਡੀਓ ਤੋਂ ਉਹਨਾਂ ਦੇ ਅੱਛੇ ਪ੍ਰਿੰਟ ਆਊਟ ਕਢਵਾ ਲੈਣਾ। ਠੀਕ ਹੈ, ਇਹ ਹੋ ਜਾਏਗਾ। ਉਸ ਤੋਂ ਬਾਅਦ ਤੁਸੀਂ ਬੀਮਾ ਕੰਪਨੀ ਦੇ ਦਫ਼ਤਰ ਨਾਲ ਸੰਪਰਕ ਕਰਨਾ। ਉਹ ਤੁਹਾਡੇ ਆਫਿਸ ਤੋਂ ਜ਼ਿਆਦਾ ਦੂਰ ਵੀ ਨਹੀਂ। ਮੈਂ ਤੁਹਾਨੂੰ ਇੱਕ ਡਾਕੂਮੈਂਟ ਹੋਰ ਭੇਜ ਰਿਹਾ, ਉਸ ਦੇ ਪ੍ਰਿੰਟ ਆਊਟ ਤੇ ਫੋਟੋਗ੍ਰਾਫਸ ਤੁਸੀਂ ਉੱਥੇ ਜਮ੍ਹਾਂ ਕਰਵਾ ਦੇਣਾ। ਠੀਕ ਹੈ, ਇਹ ਸਭ ਵੀ ਹੋ ਜਾਏਗਾ। ਪਰ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਤੁਸੀਂ ਬੀਮਾ ਕੰਪਨੀ ਦੇ ਦਫ਼ਤਰ ਵਿੱਚ ਸੌਫਟ ਕਾਪੀ ਕਿਉਂ ਨਹੀਂ ਭੇਜ ਦਿੰਦੇ? ਮੈਂ ਚਾਹੁੰਦਾ ਹਾਂ ਕਿ ਬੀਮਾ ਰਾਸ਼ੀ ਦਾ ਭੁਗਤਾਨ ਕੁਝ ਜਲਦੀ ਹੋ ਜਾਵੇ। ਵੈਸੇ ਵੀ ਪੈਸੇ ਦੇਣ ਦੇ ਮਾਮਲੇ 'ਚ ਇਹਨਾਂ ਦੀ ਚਾਲ ਸੁਸਤੀ ਰਹਿੰਦੀ ਹੈ। ਸੌਫਟ ਕਾਪੀ ਤਾਂ ਮੈਂ ਭੇਜ ਚੁੱਕਾ, ਤੇ ਤੁਸੀਂ ਵੀ ਖੁਦ ਉੱਥੇ ਜਾਓਗੇ ਤਾਂ ਸ਼ਾਇਦ ਕੰਮ ਤੇਜ਼ੀ ਨਾਲ ਹੋ ਜਾਵੇ। ਸਮਝ ਗਿਆ। ਮੇਰੇ ਤੋਂ ਜੋ ਹੋਏਗਾ ਮੈਂ ਜ਼ਰੂਰ ਕਰਾਂਗਾ। ਤੁਸੀਂ ਆਪਣਾ ਖਿਆਲ ਰੱਖਣਾ। ਹਾਂ, ਠੀਕ ਹੈ। ਬਾਕੀ ਗੱਲਾਂ ਫੇਰ ਕਰਦੇ ਹਾਂ। ਓਕੇ, ਬਾਏ। ਰੰਜਨ ਜੀ, ਅਸੀਂ ਤਾਂ ਆਪਣਾ ਕੰਮ ਪੂਰੀ ਤਰ੍ਹਾਂ ਕਰ ਹੀ ਰਹੇ ਹਾਂ। ਸਾਨੂੰ ਲੱਗਦਾ ਤੁਹਾਨੂੰ ਤਾਂ ਸਾਡੇ ਉੱਪਰ ਕੋਈ ਭਰੋਸਾ ਨਹੀਂ। ਸਾਨੂੰ ਤੁਹਾਡੇ ਉੱਪਰ ਪੂਰਾ ਭਰੋਸਾ ਹੈ ਸੁਨੀਲ ਜੀ, ਪਰ ਅਸੀਂ ਵੇਖਿਆ ਹੈ ਕਿ ਬੀਮਾ ਕੰਪਨੀਆਂ ਅਕਸਰ ਦਾਅਵਿਆਂ ਦਾ ਨਿਪਟਾਰਾ ਕਰਨ ਵਿੱਚ ਢਿੱਲਾ ਰਵੱਈਆ ਅਪਣਾਉਂਦੀਆਂ ਨੇ। ਕਿੰਨੇ ਸਾਰੇ ਮਾਮਲੇ ਹੁਣ ਤਾਂ ਲੋਕਾਂ ਦੇ ਸਾਹਮਣੇ ਵੀ ਨੇ। ਕਈ ਵਾਰ ਤਾਂ ਕੰਪਨੀਆਂ ਮਾਮੂਲੀ ਰਕਮ ਦੇ ਕੇ ਮਾਮਲੇ ਨੂੰ ਨਿਪਟਾ ਦਿੰਦੀਆਂ ਨੇ। ਪਰ ਅਸੀਂ ਇੱਥੇ ਕੋਈ ਢਿੱਲ ਮੱਠ ਨਹੀਂ ਕਰਦੇ। ਬਾਕੀ ਵੇਖੋ, ਮੈਂ ਦੂਸਰੀ ਕੰਪਨੀਆਂ ਦੀ ਜ਼ਿੰਮੇਵਾਰੀ ਤਾਂ ਲੈ ਨਹੀਂ ਸਕਦਾ। ਮੈਡਮ, ਮੈਂ ਵਰਖਾ ਹਾਂ। ਅਸੀਂ ਇੱਕੋ ਹੀ ਸੁਸਾਇਟੀ 'ਚ ਰਹਿੰਦੇ ਹਾਂ। ਦੇਖੋ ਵਰਖਾ ਜੀ, ਸਾਡੀ ਕੰਪਨੀ ਆਪਣੇ ਗ੍ਰਾਹਕਾਂ ਦੇ ਭਰੋਸੇ ਉੱਪਰ ਪੂਰੀ ਤਰ੍ਹਾਂ ਉਤਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਕਈ ਮਾਮਲਿਆਂ ਵਿੱਚ ਤਾਂ ਕਾਰ ਮਾਲਕ ਵੀ ਦਾਅਵਾ ਹਾਸਲ ਕਰਨ ਦਾ ਸਹੀ ਤਰੀਕਾ ਨਹੀਂ ਅਪਣਾਉਂਦੇ ਨਾ। ਤੁਹਾਡੀ ਗੱਲ ਸਹੀ ਹੈ ਸੁਨੀਲ ਜੀ, ਪਰ ਸ਼੍ਰੀਧਰ ਦਾ ਕਹਿਣਾ ਹੈ ਕਿ ਉਹਨਾਂ ਨੇ ਹਾਦਸੇ ਵਾਲੀ ਜਗ੍ਹਾ ਦੇ ਫੋਟੋਗ੍ਰਾਫ ਵੀ ਤੁਹਾਨੂੰ ਭੇਜੇ ਨੇ ਤੇ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਵੀ ਦਰਜ ਕਰਵਾਈ ਹੈ। ਸਾਰਿਆਂ ਦੀ ਸਾਫਟ ਕਾਪੀ ਤੁਹਾਡੇ ਕੋਲ ਹੈ, ਤੇ ਜੇਕਰ ਪ੍ਰਿੰਟ ਆਊਟ ਦੀ ਲੋੜ ਹੈ ਤਾਂ ਉਹ ਮੈਂ ਨਾਲ ਲੈ ਕੇ ਆਇਆ। ਪਰ ਰੰਜਨ ਜੀ, ਇਹਨਾਂ ਫੋਟੋਗ੍ਰਾਫਸ 'ਚ ਤੁਹਾਡੇ ਦੋਸਤ ਦੀ ਕਾਰ ਦੇ ਹੋਏ ਨੁਕਸਾਨ ਦੀ ਪੂਰੀ ਡਿਟੇਲ ਨਹੀਂ ਹੈ। ਇਹਨਾਂ ਤੋਂ ਤਾਂ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਥਰਡ ਪਾਰਟੀ ਨੂੰ ਕਿੰਨਾ ਕੁ ਨੁਕਸਾਨ ਹੋਇਆ ਹੋਵੇਗਾ। ਥਰਡ ਪਾਰਟੀ? ਜੀ ਹਾਂ ਮੈਡਮ, ਥਰਡ ਪਾਰਟੀ ਯਾਨੀ ਉਹ ਕਾਰ ਜਿਸ ਨਾਲ ਸ਼੍ਰੀਧਰ ਜੀ ਦੀ ਕਾਰ ਟਕਰਾਈ ਸੀ। ਇਹਨਾਂ ਸਭ ਜਾਣਕਾਰੀਆਂ ਦੇ ਬਿਨਾਂ ਅਸੀਂ ਅੱਗੇ ਦੀ ਕਾਰਵਾਈ ਕਿਵੇਂ ਕਰ ਸਕਦੇ ਹਾਂ?
ਅਗਰ ਹਾਦਸੇ ਦੇ ਸਮੇਂ ਦਾ ਸੀਸੀਟੀਵੀ ਫੁਟੇਜ ਮਿਲ ਜਾਂਦਾ ਤੇ ਬਹੁਤ ਚੰਗਾ ਹੁੰਦਾ। ਪਰ ਉਸ ਛੋਟੇ ਜਿਹੇ ਕਸਬੇ ਦੀ ਹਰ ਰੋਡ ਤੇ ਸੀਸੀਟੀਵੀ ਕੈਮਰਾ ਹੋਣਾ ਮੇਰੇ ਖਿਆਲ ਨਾਲ ਉਮੀਦ ਬਹੁਤ ਘੱਟ ਹੈ। ਤੁਹਾਡਾ ਕਹਿਣਾ ਸਹੀ ਹੈ ਸਰ, ਪਰ ਅਜਿਹੀ ਫੁਟੇਜ ਦੇ ਬਿਨਾ ਸਾਡਾ ਕੰਮ ਜ਼ਿਆਦਾ ਮੁਸ਼ਕਿਲ ਹੋ ਜਾਂਦਾ। ਤਾਂ ਫਿਰ ਹੁਣ ਹੋਵੇਗਾ ਕੀ ਤੁਸੀਂ ਇਸ ਦਾਅਵੇ ਨੂੰ ਖਾਰਜ ਕਰ ਦਿਓਗੇ? ਸੰਯਮ ਰੱਖੋ ਮੈਡਮ, ਇੰਨੀ ਜਲਦੀ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ। ਸਾਡੀ ਕੰਪਨੀ ਪੂਰੀ ਕੋਸ਼ਿਸ਼ ਕਰੇਗੀ ਕਿ ਸੱਚਾਈ ਦਾ ਪਤਾ ਲੱਗ ਜਾਵੇ। ਪਰ ਇਹ ਸਭ ਤੁਸੀਂ ਕਿਵੇਂ ਕਰੋਗੇ? ਕੀ ਹਾਦਸੇ ਵਾਲੀ ਜਗ੍ਹਾ ਉੱਪਰ ਪੜਤਾਲ ਲਈ ਤੁਹਾਡੀ ਕੋਈ ਟੀਮ ਜਾਵੇਗੀ? ਮੈਂ ਇਹ ਪੁੱਛ ਰਹੀ ਹਾਂ। ਸੌਰੀ ਮੈਡਮ, ਅੱਜ ਦੇ ਦੌਰ 'ਚ ਸਾਡੇ ਕੋਲ ਇੰਨੀ ਮੈਨ ਪਾਵਰ ਨਹੀਂ ਹੈ। ਹਾਲਾਂਕਿ ਅਸੀਂ ਕੁਝ ਖਾਸ ਏਜੰਸੀਆਂ ਨੂੰ ਅਜਿਹੀ ਪੜਤਾਲ ਲਈ ਆਊਟਸੋਰਸ ਕੀਤਾ ਹੋਇਆ ਹੈ। ਪਰ ਇੱਥੇ ਵੀ ਸ਼੍ਰੀਧਰ ਜੀ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਮੈਡਮ। ਉਹਨਾਂ ਨੇ ਆਪਣੀ ਕਾਰ ਨੂੰ ਹਾਦਸੇ ਵਾਲੀ ਜਗ੍ਹਾ ਤੋਂ ਹਟਾ ਕੇ ਦੂਸਰੀ ਜਗ੍ਹਾ ਤੇ ਪਹੁੰਚਾ ਦਿੱਤਾ। ਓਹੋ, ਸ਼੍ਰੀਧਰ ਅਜਿਹਾ ਨਹੀਂ ਕਰਦੇ ਤਾਂ ਹੋਰ ਕੀ ਕਰਦੇ? ਕਿ ਉਹਨਾਂ ਨੂੰ ਕਾਰ ਨੂੰ ਉਸੇ ਸੁਨਸਾਨ ਜਗ੍ਹਾ ਤੇ ਛੱਡ ਕੇ ਚਲੇ ਜਾਣਾ ਚਾਹੀਦਾ ਸੀ? ਅਜਿਹੇ ਵਿੱਚ ਤਾਂ ਕਾਰ ਦਾ ਪੁਰਜ਼ਾ ਚੋਰੀ ਹੋ ਜਾਂਦਾ। ਤੁਹਾਡੀ ਗੱਲ ਸਹੀ ਹੈ ਰੰਜਨ ਜੀ। ਅਜਿਹੇ ਹਾਲਾਤ 'ਚ ਤਾਂ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਹੀ ਫਾਇਦਾ ਹੈ। AI? ਪਰ ਇਹ ਤਾਂ ਸਾਇੰਸ ਫਿਕਸ਼ਨ ਯਾਨੀ ਵਿਗਿਆਨ ਗਲਪ ਦਾ ਮਾਮਲਾ ਹੈ। ਵਰਖਾ ਜੀ, ਹੁਣ ਇਹ ਸਿਰਫ ਸਾਇੰਸ ਫਿਕਸ਼ਨ ਜਾਂ ਵਿਗਿਆਨ ਗਲਪ ਦਾ ਮਾਮਲਾ ਨਹੀਂ ਰਿਹਾ। ਅੱਛਾ। ਹਾਂ, ਸਾਡੀ ਕੰਪਨੀ ਦਾ ਦੁਨੀਆ ਦੀ ਇੱਕ ਬਹੁਤ ਵੱਡੀ ਕੰਪਨੀ ਦੇ ਨਾਲ ਇਕਰਾਰਨਾਮਾ ਹੈ, ਜਿਹੜੀ ਕਿ ਆਪਣੀ ਬਿਹਤਰੀਨ AI ਮਸ਼ੀਨ ਦੀ ਬਦੌਲਤ ਤੂੜੀ ਦੇ ਢੇਰ 'ਚੋਂ ਸੂਈ ਨੂੰ ਲੱਭ ਸਕਦੀ ਹੈ। ਅੱਛਾ, ਆਓ ਮੇਰੇ ਨਾਲ ਆਓ, ਮੈਂ ਤੁਹਾਨੂੰ ਦਿਖਾਣਾ। ਵੈਸੇ ਤੁਸੀਂ ਚਾਹ ਤਾਂ ਲੈਂਦੇ ਹੋ ਨਾ? ਥੋੜੀ ਚਾਹ ਤਾਂ ਚੱਲੇਗੀ ਨਾ? ਜੀ ਹਾਂ ਜ਼ਰੂਰ। रघु भाई, हाँ ज़रा 3 कप चाह लेके आना। हाँ, असी सारे साइबर रूम से जा रहे हैं। ਇਹ ਹੈ ਸਾਡਾ ਸਾਈਬਰ ਰੂਮ ਤੇ ਇਹ ਨੇ ਮਿਸ ਸਵਿਤਾ ਜੀ, ਸਿਸਟਮ ਐਕਸਪਰਟ। ਜਦੋਂ ਤੋਂ ਅਸੀਂ ਵਾਟਸਨ ਦੇ AI ਸਿਸਟਮ ਖਰੀਦਿਆ ਹੈ, ਸਵਿਤਾ ਜੀ ਹੀ ਗ੍ਰਾਹਕਾਂ ਨੂੰ ਸਮਝਾਉਂਦੇ ਨੇ ਕਿ ਅਸੀਂ ਕਿੰਨੀ ਜ਼ਿਆਦਾ ਪਾਰਦਰਸ਼ਿਤਾ ਦੇ ਨਾਲ ਕੰਮ ਕਰਦੇ ਹਾਂ। ਔਰ ਇਹਨਾਂ ਦਾ ਤਾਂ ਰੋਜ਼ ਓਵਰਟਾਈਮ ਹੋ ਜਾਂਦਾ ਹੈ। ਸਵਿਤਾ ਜੀ, ਮੈਂ ਤਾਂ ਲਗਾਤਾਰ ਬੋਲ ਹੀ ਰਿਹਾ। ਹੁਣ ਤੁਸੀਂ ਇਹਨਾਂ ਨੂੰ ਸਮਝਾਓ ਕਿ ਸਾਡੀ ਜਾਂਚ ਪੜਤਾਲ ਦੇ ਤੌਰ ਤਰੀਕੇ ਕਿਸ ਤਰ੍ਹਾਂ ਕੰਮ ਕਰਦੇ ਹਨ। ਹਾਂ ਕਿਉਂ ਨਹੀਂ ਸੁਨੀਲ ਜੀ, ਜ਼ਰੂਰ। ਰੰਜਨ ਜੀ, ਇਹ ਲਓ, ਇੱਥੇ ਵੀ ਇੱਕ ਵਾਟਸਨ ਹਾਜ਼ਰ ਹੈ, ਪਰ ਸ਼ਰਲੌਕ ਹੋਮਸ ਤੋਂ ਬਿਨਾਂ। ਅੱਛਾ ਜੀ, ਮੈਂ ਥੋੜਾ ਕੰਮ ਨਿਪਟਾ ਲਵਾਂ, ਤਦ ਤੱਕ ਤੁਸੀਂ ਸਵਿਤਾ ਜੀ ਕੋਲੋਂ ਇਸ ਬਾਬਤ ਸਮਝ ਲਓ। ਜੀ। ਤੁਸੀਂ ਦੋਵੇਂ ਬੈਠੋ ਪਲੀਜ਼। ਪਰ ਇਸ ਪੂਰੇ ਸਿਸਟਮ ਦੀ ਰੀਡ ਤਾਂ ਕਿਤੇ ਹੋਰ ਹੀ ਹੈ। ਪਰ ਇੱਥੇ ਬੈਠ ਕੇ ਭਲਾ ਕੋਈ ਇਸ ਹਕੀਕਤ ਦਾ ਕਿਵੇਂ ਅੰਦਾਜ਼ਾ ਲਗਾਏਗਾ ਕਿ ਹਾਦਸੇ ਵਾਲੀ ਜਗ੍ਹਾ ਉੱਤੇ ਕੀ ਹੋਇਆ? ਇਹ ਤਾਂ ਬਹੁਤ ਹੈਰਾਨੀ ਵਾਲੀ ਗੱਲ ਹੈ। ਸਰ, ਇਸ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ। ਅੱਜ ਕੱਲ੍ਹ ਤਾਂ ਇਹ ਬਹੁਤ ਹੀ ਆਮ ਹੈ। ਇਸ ਦੇ ਕੰਮ ਦੇ ਤਰੀਕੇ ਨੂੰ ਸਮਝਣ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਤੁਹਾਨੂੰ AI ਸਿਸਟਮ ਬਾਰੇ ਕੁਝ ਦੱਸ ਦੇਵਾਂ। AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਅੱਜ ਕੱਲ੍ਹ ਗੇਮ ਸ਼ੋਜ਼ 'ਚ ਇਸ ਦਾ ਇਸਤੇਮਾਲ ਹੁੰਦਾ ਹੈ। ਅਮਰੀਕਾ ਵਿੱਚ ਅਜਿਹਾ ਇੱਕ ਮਸ਼ਹੂਰ ਟੈਲੀਵਿਜ਼ਨ ਗੇਮ ਸ਼ੋ ਹੈ ਜਿਓਪਾਰਡੀ। ਹਾਂ, ਮੈਂ ਇਹਦੇ ਕੁਝ ਐਪੀਸੋਡ YouTube ਤੇ ਦੇਖੇ ਨੇ। ਦਰਅਸਲ ਇਹ ਇੱਕ ਥੋੜਾ ਅਲੱਗ ਕਿਸਮ ਦਾ ਕੁਇਜ਼ ਸ਼ੋ ਹੀ ਹੈ। ਅੱਛਾ, ਮੈਨੂੰ ਤਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ। ਮੈਂ ਸਮਝਾਉਂਦੀ ਹਾਂ ਸਰ। ਇਸ ਕੁਇਜ਼ ਸ਼ੋ ਵਿੱਚ ਸ਼ਾਮਲ ਹੋਣ ਲਈ ਪ੍ਰਤੀਯੋਗੀਆਂ ਦੇ ਸਾਹਮਣੇ ਸਧਾਰਨ ਗਿਆਨ ਦੀਆਂ ਗੱਲਾਂ ਜਵਾਬ ਦੇ ਤੌਰ ਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਦੇ ਆਧਾਰ ਤੇ ਪ੍ਰਤੀਯੋਗੀਆਂ ਨੇ ਉਹਨਾਂ ਨਾਲ ਸੰਬੰਧਿਤ ਸਵਾਲ ਬਣਾਉਣੇ ਹੁੰਦੇ ਨੇ। ਅੱਛਾ, ਹੁਣ ਸਮਝਿਆ। ਯਾਨੀ ਇੱਕ ਤਰ੍ਹਾਂ ਦਾ ਉਲਟਾ ਕੁਇਜ਼। ਬਿਲਕੁਲ ਸਹੀ ਕਿਹਾ ਸਰ। ਦੁਨੀਆ ਦੀ ਮਸ਼ਹੂਰ IT ਕੰਪਨੀ IBM ਨੇ ਇੱਕ ਅਜਿਹੀ ਮਸ਼ੀਨ ਤਿਆਰ ਕੀਤੀ ਹੈ ਜਿਹੜੀ ਕਿ ਸਵਾਲਾਂ ਦੇ ਜਵਾਬ ਦੇਣ ਦੇ ਨਾਲ-ਨਾਲ ਸਵਾਲ ਵੀ ਬਣਾ ਸਕੇ। ਕੰਪਨੀ ਨੇ ਇਸ ਮਸ਼ੀਨ ਦਾ ਨਾਮ ਆਪਣੇ ਪਹਿਲੇ CEO ਥਾਮਸ ਵਾਟਸਨ ਦੇ ਨਾਮ ਉੱਤੇ ਰੱਖਿਆ ਹੈ। ਥਾਮਸ ਵਾਟਸਨ ਆਪਣੇ ਸਮੇਂ ਦੇ ਮਸ਼ਹੂਰ ਉਦਯੋਗਪਤੀ ਰਹੇ ਨੇ। ਰੰਜਨ, ਮਤਲਬ ਇਹ ਉਹ ਵਾਟਸਨ ਨਹੀਂ ਹੈ ਜਿਹਦੀਆਂ ਅਦਾਵਾਂ ਤੁਸੀਂ ਆਪਣੀ ਸਟੇਜ ਉੱਪਰ ਦਿਖਾਈਆਂ ਸੀ। ਅਰੇ ਬਸ ਵੀ ਕਰੋ ਹੁਣ। ਮੈਂ ਕੁਝ ਗਲਤ ਕਿਹਾ ਸਰ? ਨਹੀਂ, ਤੁਸੀਂ ਅੱਗੇ ਦੱਸੋ ਪਲੀਜ਼। ਜੀ, ਵਾਟਸਨ ਨੇ ਸੰਨ 2011 ਵਿੱਚ ਜਿਓਪਾਰਡੀ ਸ਼ੋਅ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ $10 ਲੱਖ ਦਾ ਪਹਿਲਾ ਇਨਾਮ ਜਿੱਤਿਆ। ਵਾਹ, ਕੀ ਬਾਤ ਹੈ, ਸ਼ਾਨਦਾਰ। ਤਾਂ ਤੁਸੀਂ ਉਸੇ ਕੁਇਜ਼ ਮਸ਼ੀਨ ਦਾ ਇਸਤੇਮਾਲ ਇੱਥੇ ਕਰ ਰਹੇ ਹੋ? ਨਹੀਂ, ਇਹ ਪ੍ਰਸ਼ਨਾਂ ਦੇ ਉੱਤਰ ਦੇਣ ਵਾਲੀ ਮਸ਼ੀਨ ਤੋਂ ਜ਼ਿਆਦਾ ਵਧੀਆ ਹੈ,
ਇਸ ਨੂੰ ਐਡਵਾਂਸ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਆਟੋਮੈਟਿਡ ਰੀਜ਼ਨਿੰਗ ਜਿਹੇ ਮਕਸਦ ਦੇ ਲਈ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਇਸ ਨੂੰ ਬਣਾਉਣ ਦੇ ਪਿੱਛੇ ਸੂਚਨਾਵਾਂ ਨੂੰ ਦੁਬਾਰਾ ਹਾਸਲ ਕਰਨਾ ਅਤੇ ਮਸ਼ੀਨ ਲਰਨਿੰਗ ਟੈਕਨੀਕ ਦਾ ਇਸਤੇਮਾਲ ਜ਼ਿਆਦਾ ਸਟੀਕ ਤਰੀਕੇ ਦੇ ਨਾਲ ਵੀ ਕਰਨਾ ਸੀ। ਓਫੋ, ਇੰਨੇ ਜ਼ਿਆਦਾ ਮੁਸ਼ਕਿਲ ਸ਼ਬਦ, ਇਹ ਤਾਂ ਮੇਰੀ ਸਮਝ ਹੀ ਨਹੀਂ ਆ ਰਹੇ। ਸੌਰੀ ਮੈਡਮ, ਮੈਂ ਥੋੜਾ ਆਸਾਨ ਤਰੀਕੇ ਦੇ ਨਾਲ ਦੱਸਦੀ ਹਾਂ। ਵੇਖੋ, ਇਹ ਮਸ਼ੀਨ ਸਾਡੀਆਂ ਕਈਆਂ ਗੱਲਾਂ ਨੂੰ ਸਮਝ ਸਕਦੀ ਹੈ ਅਤੇ ਉਸ ਦੇ ਮੁਤਾਬਿਕ ਕੰਮ ਕਰ ਸਕਦੀ ਹੈ। ਗੇਮ ਸ਼ੋਅ ਜਿੱਤਣ ਵਾਲੀ ਇਸ ਮਸ਼ੀਨ ਨੂੰ ਬਾਅਦ ਵਿੱਚ ਦੂਸਰਿਆਂ ਦੇ ਲਈ ਜ਼ਰੂਰਤਾਂ ਦੇ ਮੁਤਾਬਿਕ ਦੁਬਾਰਾ ਤਿਆਰ ਕੀਤਾ ਗਿਆ। ਇਸ ਦਾ ਇਸਤੇਮਾਲ ਸਰਕਾਰੀ ਅਤੇ ਨਿੱਜੀ ਖੋਜ ਸੰਸਥਾਨਾਂ, ਟੈਲੀ ਕਮਿਊਨੀਕੇਸ਼ਨ ਕੰਪਨੀਆਂ, ਸੰਗੀਤ ਆਧਾਰਿਤ ਵੈਬਸਾਈਟਸ ਅਤੇ ਟੈਲੀਮੈਡੀਸਨ ਦੇ ਨਾਲ-ਨਾਲ ਦੂਜੇ ਕਈ ਖੇਤਰਾਂ ਵਿੱਚ ਵੀ ਕੀਤਾ ਜਾ ਰਿਹਾ ਹੈ। ਬੀਮਾ ਕੰਪਨੀਆਂ ਵੀ ਇਸ ਟੈਕਨੀਕ ਦਾ ਬਿਹਤਰੀਨ ਇਸਤੇਮਾਲ ਕਰ ਰਹੀਆਂ ਨੇ। ਠੀਕ ਹੈ, ਇਹ ਤਾਂ ਸਮਝ ਗਿਆ, ਪਰ ਤੁਸੀਂ ਇਸ ਦਾ ਇਸਤੇਮਾਲ ਕਿਵੇਂ ਕਰਦੇ ਹੋ? ਇਸ ਨੂੰ ਸਮਝਣ ਲਈ ਤਾਂ ਸਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮੁੱਦੇ ਉੱਤੇ ਹੀ ਆਉਣਾ ਹੋਵੇਗਾ। ਸਾਡੀ ਮਸ਼ੀਨ ਨੂੰ ਅਜਿਹੀ ਟ੍ਰੇਨਿੰਗ ਦਿੱਤੀ ਗਈ ਹੈ ਕਿ ਉਹ ਤਸਵੀਰਾਂ ਦੀ ਤੁਲਨਾ ਕਰ ਸਕੇ। ਤਸਵੀਰਾਂ ਦੀ ਤੁਲਨਾ? ਪਰ ਸ਼੍ਰੀਧਰ ਨੇ ਤਾਂ ਬਹੁਤੇ ਜ਼ਿਆਦਾ ਫੋਟੋਗ੍ਰਾਫ ਭੇਜੇ ਹੀ ਨਹੀਂ ਸੀ। ਅਸੀਂ ਉਹਨਾਂ ਦੀਆਂ ਤਸਵੀਰਾਂ ਤੋਂ ਇਹ ਪਤਾ ਲਗਾਉਣਾ ਹੈ ਕਿ ਵਾਹਨ ਨੂੰ ਕਿੰਨਾ ਨੁਕਸਾਨ ਪਹੁੰਚਿਆ। ਅੱਛਾ, ਅਸੀਂ ਸ਼੍ਰੀਧਰ ਦੀ ਕਾਰ ਦੇ ਓਰੀਜਨਲ ਮਾਡਲ ਦੀਆਂ ਕੁਝ ਤਸਵੀਰਾਂ ਹਾਸਲ ਕਰਾਂਗੇ ਜਿਨ੍ਹਾਂ ਉੱਪਰ ਕੋਈ ਭੰਨ-ਤੋੜ ਨਹੀਂ ਹੋਈ, ਤੇ ਅਜਿਹੀਆਂ ਤਸਵੀਰਾਂ ਤਾਂ ਆਸਾਨੀ ਨਾਲ ਮਿਲ ਜਾਂਦੀਆਂ ਨੇ। ਫਿਰ ਅਸੀਂ ਦੋਵਾਂ ਤਸਵੀਰਾਂ ਦੀ ਤੁਲਨਾ ਕਰਾਂਗੇ। ਅੱਛਾ, ਤਾਂ ਇਹ ਗੱਲ ਹੈ। ਮੈਨੂੰ ਤਾਂ ਹੁਣ ਥੋੜਾ ਸਮਝ ਆਉਣ ਲੱਗ ਗਿਆ। ਚਲੋ, ਇਹ ਤਾਂ ਬਹੁਤ ਹੀ ਵਧੀਆ ਗੱਲ ਹੈ ਕਿ ਮੈਂ ਤੁਹਾਨੂੰ ਕੁਝ ਨਾ ਕੁਝ ਸਮਝਾ ਸਕੀ ਹਾਂ। ਸਾਡੀ ਇਸ ਮਸ਼ੀਨ ਨੂੰ ਇਸ ਤਰ੍ਹਾਂ ਦੇ ਨਾਲ ਸਿਖਾਇਆ ਗਿਆ ਹੈ ਕਿ ਉਹ ਆਪਣੇ ਦਮ ਉੱਤੇ ਇਸ ਗੱਲ ਦਾ ਫੈਸਲਾ ਕਰ ਸਕੇ ਕਿ ਕਾਰ ਨੂੰ ਨੁਕਸਾਨ ਕਿਵੇਂ ਪਹੁੰਚਿਆ ਹੋਵੇਗਾ। ਹੁਣ ਚਾਹੇ ਇਸ ਵਿੱਚ ਕਾਰ ਡਰਾਈਵਰ ਦੀ ਗਲਤੀ ਹੋਵੇ ਜਾਂ ਫਿਰ ਅਚਾਨਕ ਹੋਇਆ ਕੋਈ ਹਾਦਸਾ। ਤੁਹਾਡੇ ਕਹਿਣ ਤੋਂ ਕੀ ਭਾਵ ਹੈ ਕਿ ਬੀਮਾ ਕੰਪਨੀਆਂ ਇਹੋ ਜਿਹੇ ਫੈਸਲੇ ਲੈਣ ਲਈ ਇਦਾਂ ਦੀਆਂ ਹੀ AI ਮਸ਼ੀਨਾਂ ਤੇ ਨਿਰਭਰ ਨੇ? ਜੀ ਬਿਲਕੁਲ। ਵੇਖੋ ਜੀ, ਇਹ ਮਸ਼ੀਨ ਲੱਖਾਂ ਦਸਤਾਵੇਜ਼ਾਂ ਨੂੰ ਚੁਟਕੀਆਂ ਦੇ ਵਿੱਚ ਸਮਝ ਆਉਂਦੀ ਹੈ ਤੇ ਇਸ ਦੀ ਕਾਬਲੀਅਤ ਅਤੇ ਦਿਓ-ਕੱਦ ਸਮਰੱਥਾ ਦਾ ਅੰਦਾਜ਼ਾ ਤੁਸੀਂ ਇਸੇ ਤੱਥ ਤੋਂ ਲਗਾ ਸਕਦੇ ਹੋ ਕਿ ਇਹ ਮਸ਼ੀਨ 80 ਕਰੋੜ ਪੰਨਿਆਂ ਦੀ ਆંકੜਿਆਂ ਨੂੰ 1 ਸੈਕਿੰਡ ਵਿੱਚ ਹੀ ਪੜ੍ਹ ਲੈਂਦੀ ਹੈ। ਅਜਿਹੀਆਂ ਮਸ਼ੀਨਾਂ ਦੀ ਬਦੌਲਤ ਖਿੰਡੀਆਂ ਪਈਆਂ ਕੜੀਆਂ ਨੂੰ ਜੋੜ ਕੇ ਨਤੀਜਾ ਕੱਢਣਾ ਆਸਾਨ ਹੋ ਜਾਂਦਾ ਹੈ। ਪਰ ਫੋਟੋਗ੍ਰਾਫਸ ਤੋਂ ਹਕੀਕਤ ਦਾ ਕਿਵੇਂ ਪਤਾ ਲੱਗੇਗਾ? ਵੇਖੋ, ਮੈਂ ਤੁਹਾਨੂੰ ਕੁਝ ਵਿਖਾਉਂਦੀ ਆ। ਇੱਥੇ ਇਸ ਮੋਨੀਟਰ ਦੇ ਵਿੱਚ ਵੇਖੋ। ਇਸ ਵਿੱਚ ਗ੍ਰਾਫਿਕਸ ਦੇ ਜ਼ਰੀਏ ਦਰਸਾਇਆ ਗਿਆ ਹੈ ਕਿ ਸਾਡੀ ਇਹ AI ਮਸ਼ੀਨ ਪੂਰੀ ਸਥਿਤੀ ਤੇ ਤੱਥਾਂ ਨੂੰ ਕਿਵੇਂ ਸਮਝਦੀ ਹੈ। ਅੱਛਾ, ਇੱਥੇ ਤੁਸੀਂ ਵੇਖ ਸਕਦੇ ਹੋ ਕਿ ਮਸ਼ੀਨ ਕਿਵੇਂ ਤਸਵੀਰਾਂ ਦੇ ਆંકੜਿਆਂ ਦੇ ਛੋਟੇ ਜਿਹੇ ਹਿੱਸੇ ਨੂੰ ਉਠਾਉਂਦੀ ਹੈ ਅਤੇ ਫਿਰ ਉਸ ਦੀ ਤੁਲਨਾ ਕਾਰ ਦੇ ਓਰੀਜਨਲ ਮਾਡਲ ਦੀ ਤਸਵੀਰ ਦੇ ਨਾਲ ਕਰਦੀ ਹੈ। ਅੱਛਾ ਜੀ, ਇਹ ਤਾਂ ਗਜ਼ਬ ਦੀ ਮਸ਼ੀਨ ਹੈ। ਬਿਲਕੁਲ ਸਹੀ ਕਿਹਾ ਤੁਸੀਂ। ਪਰ ਇਹਦਾ ਆਮ ਗਾਹਕਾਂ ਨੂੰ ਕੀ ਫਾਇਦਾ? ਸਭ ਤੋਂ ਵੱਡਾ ਫਾਇਦਾ ਤੇ ਇਹੀ ਹੈ ਕਿ ਬੇਹੱਦ ਘੱਟ ਸਮੇਂ ਵਿੱਚ ਹੀ ਬੀਮੇ ਦੇ ਅਨੇਕਾਂ ਦਾਅਵਿਆਂ ਦਾ ਨਿਪਟਾਰਾ ਹੋ ਜਾਂਦਾ ਹੈ, ਪਰ ਸਾਨੂੰ ਪੂਰੇ ਦਸਤਾਵੇਜ਼ ਚਾਹੀਦੇ ਨੇ ਬਸ। ਬਹੁਤ ਚੰਗਾ ਹੈ। ਵਾਪਸ ਜਾ ਕੇ ਗੱਲਾਂ ਅਸੀਂ ਸ਼੍ਰੀਧਰ ਨੂੰ ਜ਼ਰੂਰ ਦੱਸਾਂਗੇ। ਉਮੀਦ ਹੈ ਕਿ ਇਸ ਬੇਮਿਸਾਲ ਮਸ਼ੀਨ ਨਾਲ ਸ਼੍ਰੀਧਰ ਨੂੰ ਵੀ ਫਾਇਦਾ ਮਿਲੇਗਾ। ਸਰ, ਜਦੋਂ ਤੱਥਾਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਤਾਂ ਇਹ ਮਸ਼ੀਨ ਵੀ ਤੇਜ਼ੀ ਦੇ ਨਾਲ ਆਪਣਾ ਹੁਨਰ ਵਿਖਾਉਂਦੀ ਹੈ ਅਤੇ ਇਸ ਨਾਲ ਗ੍ਰਾਹਕ ਨੂੰ ਫਾਇਦਾ ਹੁੰਦਾ ਹੈ। ਮੇਰੇ ਖਿਆਲ ਵਿੱਚ ਮੈਂ ਤੁਹਾਡਾ ਬਹੁਤ ਸਮਾਂ ਲੈ ਲਿਆ ਹੈ। ਲੋੜ ਹੋਵੇ ਤਾਂ ਤੁਸੀਂ ਕਦੇ ਵੀ ਇੱਥੇ ਆ ਸਕਦੇ ਹੋ। ਜੀ ਜ਼ਰੂਰ। ਫਿਲਹਾਲ ਸਾਨੂੰ ਦੋਵਾਂ ਨੂੰ ਆਗਿਆ ਦਿਓ। ਬਾਏ ਬਾਏ। ਓਕੇ, ਬਾਏ ਬਾਏ। ਸ਼੍ਰੀਧਰ ਜੀ, ਹੁਣ ਕੀ ਹਾਲ ਚਾਲ ਹੈ ਤੁਹਾਡਾ? ਮੈਨੂੰ ਲੱਗਦਾ ਤੁਸੀਂ ਠੀਕ ਹੋ। ਸੱਟ ਕਿਵੇਂ ਹੈ ਤੁਹਾਡੀ? ਕਾਫੀ ਹੱਦ ਤੱਕ ਠੀਕ ਹਾਂ, ਪਰ ਅਸਲ ਵਿੱਚ ਮੈਨੂੰ ਬੀਮਾ ਕਲੇਮ ਦੀ ਫਿਕਰ ਹੋ ਰਹੀ ਹੈ। ਬੀਮਾ ਕੰਪਨੀ ਨੇ ਰੰਜਨ ਤੇ ਵਰਖਾ ਦੇ ਸਾਹਮਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਲੰਬਾ ਚੌੜਾ ਡੈਮੋ ਤਾਂ ਦਿੱਤਾ ਸੀ, ਪਰ ਉਸ ਦੀ ਹਕੀਕਤ ਤਾਂ ਉਹੀ ਜਾਣਨ। ਥੋੜਾ ਜਿਹਾ ਭਰੋਸਾ ਰੱਖੋ ਸ਼੍ਰੀਧਰ ਜੀ। ਇਹ ਭਲੇ ਹੀ ਨੈਰੋ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਬਨੌਟੀ ਬੌਧਿਕਤਾ ਦੇ ਨਿਗੂਣੇ ਉਦਾਹਰਨ ਹਨ, ਪਰ ਇਸ ਤਕਨੀਕ ਦੀ ਤਾਕਤ ਉੱਤੇ ਤੁਹਾਨੂੰ ਸ਼ੱਕ ਨਹੀਂ ਕਰਨਾ ਚਾਹੀਦਾ। ਨੂਪੁਰ, ਤੁਸੀਂ ਇਹਨੂੰ ਨੈਰੋ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਨਿਗੂਣੀ ਬਣਾਉਟੀ ਬੌਧਿਕਤਾ ਕਹਿ ਰਹੇ ਹੋ? ਕੰਪਨੀ ਦੇ ਸਿਸਟਮ ਐਗਜ਼ੀਕਿਊਟਿਵ ਦੀਆਂ ਗੱਲਾਂ ਤੋਂ ਲੱਗ ਰਿਹਾ ਸੀ ਕਿ ਇਹ ਬੁੱਧੀਮਾਨ ਮਸ਼ੀਨ ਆਪਣੇ ਦਮ ਤੇ ਹੀ ਬੇਹਿਸਾਬ ਕੰਮ ਕਰ ਸਕਦੀ ਹੈ। ਜੇਕਰ ਤੁਸੀਂ ਮੈਨੂੰ ਆਗਿਆ ਦਿਓ
ਤੇ ਮੈਂ ਇੱਕ ਸੌਫਟਵੇਅਰ ਇੰਜੀਨੀਅਰ ਦੀ ਹੈਸੀਅਤ ਨਾਲ ਕੁਝ ਦੱਸਣਾ ਚਾਹੁੰਦੀ ਹਾਂ। ਸ਼ਾਇਦ ਮੇਰੀਆਂ ਗੱਲਾਂ ਨਾਲ ਇਹਨਾਂ ਬੁੱਧੀਮਾਨ ਮਸ਼ੀਨਾਂ ਨੂੰ ਸਮਝਣ 'ਚ ਆਸਾਨੀ ਹੋਵੇਗੀ। ਵੇਖੋ, ਕੈਲੀਫੋਰਨੀਆ ਦੇ ਮੈਨਲੋ ਪਾਰਕ ਵਿੱਚ ਸਰੀ ਇੰਟਰਨੈਸ਼ਨਲ ਨਾਮ ਦੀ ਇੱਕ ਕੰਪਨੀ ਹੈ। ਤੇ ਤੁਸੀਂ ਇੱਥੇ ਉਸ ਦਾ ਪ੍ਰਚਾਰ ਕਰਨਾ ਚਾਹੁੰਦੇ ਹੋ? ਨਹੀਂ, ਬਿਲਕੁਲ ਨਹੀਂ। ਇਹ ਤਾਂ ਇੱਕ ਮੁਨਾਫਾ ਨਾ ਕਮਾਉਣ ਵਾਲੀ ਕੰਪਨੀ ਹੈ ਜਿਸ ਨੂੰ ਸਟੈਨਫੋਰਡ ਯੂਨੀਵਰਸਿਟੀ ਦੇ ਲੋਕਾਂ ਨੇ ਸ਼ੁਰੂ ਕੀਤਾ ਸੀ। ਇਸ ਕੰਪਨੀ ਨੂੰ ਸਥਾਪਿਤ ਕਰਨ ਪਿੱਛੇ ਮਕਸਦ ਸੀ ਕਿ ਆਰਥਿਕ ਵਿਕਾਸ ਦੇ ਖੇਤਰ ਵਿੱਚ ਕੁਝ ਨਵੀਆਂ ਗਤੀਵਿਧੀਆਂ, ਕੁਝ ਨਵਾਚਾਰ ਯਾਨੀ ਇਨੋਵੇਸ਼ਨਸ ਹੋ ਸਕਣ। ਸ਼੍ਰੀ ਹੋਵੇ ਜਾਂ ਫਿਰ ਸ਼੍ਰੀਮਤੀ, ਪਰ ਇਸ ਕੰਪਨੀ ਦਾ ਸ਼੍ਰੀਧਰ ਦੇ ਬੀਮਾ ਕਲੇਮ ਨਾਲ ਭਲਾ ਕੀ ਲੈਣਾ ਦੇਣਾ ਹੈ? ਇੰਨੀ ਬੇਸਬਰੀ ਨਾ ਦਿਖਾਇਆ ਕਰੋ ਰੰਜਨ ਜੀ, ਮੈਂ ਉਹੀ ਤਾਂ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ। ਜ਼ਰਾ ਮੇਰੀ ਪੂਰੀ ਗੱਲ ਤਾਂ ਸੁਣ ਲਓ। SRI ਦਾ ਮਤਲਬ ਸਟੈਨਫੋਰਡ ਰਿਸਰਚ ਇੰਸਟੀਚਿਊਟ। ਇਸ ਕੰਪਨੀ ਦਾ ਪ੍ਰੋਜੈਕਟ ਸਾਡੇ ਲਈ ਬਹੁਤ ਮਦਦਗਾਰ ਸਾਬਤ ਹੋ ਰਿਹਾ ਹੈ। ਸਾਡੇ ਲਈ ਮਦਦਗਾਰ? ਪਰ ਉਹ ਕਿਵੇਂ? ਦੇਖੋ, SRI ਇੰਟਰਨੈਸ਼ਨਲ ਨੇ ਇਸ ਸਦੀ ਦੇ ਸ਼ੁਰੂ ਵਿੱਚ ਅਮਰੀਕੀ ਸੁਰੱਖਿਆ ਏਜੰਸੀਆਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਉੱਤੇ ਆਧਾਰਿਤ ਇੱਕ ਬਹੁਤ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਪ੍ਰੋਜੈਕਟ ਨੂੰ ਸਮਝਦਾਰ ਸਹਾਇਕ ਦਾ ਨਾਮ ਦਿੱਤਾ ਗਿਆ ਹੈ, ਜੋ ਚੀਜ਼ਾਂ ਨੂੰ ਸਿੱਖੇ ਤੇ ਉਹਨਾਂ ਦਾ ਪ੍ਰਬੰਧ ਕਰੇ। ਇਸ ਪ੍ਰੋਜੈਕਟ ਨੂੰ ਸੰਖੇਪ ਵਿੱਚ ਕੇਲੋ ਕਿਹਾ ਗਿਆ ਹੈ। ਵਾਹ ਜੀ ਵਾਹ, ਕੇ ਲੋ, ਕਿਆ ਨਾਮ ਹੈ। ਬਸ ਕਰੋ ਬੇ, ਤੁਹਾਨੂੰ ਤਾਂ ਹਰ ਵੇਲੇ ਮਜ਼ਾਕ ਹੀ ਸੁਝਦਾ ਰਹਿੰਦਾ ਹੈ। ਲੱਗੇ ਹੱਥ ਇਹ ਵੀ ਜਾਣ ਲਓ ਕਿ ਕੈਲੋ ਕੀ ਹੈ। ਇਹ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸੈਨਿਕ ਨੌਕਰ। ਤਾਂ ਕੀ ਹੋਇਆ? ਉਹ ਕਿਹੜਾ ਸਮੁੰਦਰ ਮੰਥਨ ਚੋਂ ਨਿਕਲਿਆ? ਜੇਕਰ ਤੁਸੀਂ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਨਮ ਦੀ ਕਹਾਣੀ ਜਾਣਨਾ ਚਾਹੁੰਦੇ ਹੋ ਤਾਂ ਮੈਂ ਉਹ ਵੀ ਦੱਸ ਦਿੰਦੀ ਹਾਂ। ਦਰਅਸਲ ਇਸ ਦੀ ਸ਼ੁਰੂਆਤ ਦੇ ਕਈ ਪਹਿਲੂ ਹਨ। ਇਸ ਨਾਲ ਜੁੜੀ ਇੱਕ ਬਹੁਤ ਅਹਿਮ ਚੀਜ਼ ਤਾਂ ਤੁਹਾਡੇ ਹੱਥ ਵਿੱਚ ਹੀ ਹੈ। ਮੇਰੇ ਹੱਥ ਵਿੱਚ ਤਾਂ ਸਿਰਫ ਆਈਫੋਨ ਹੈ। ਬਿਲਕੁਲ ਨੂਪੁਰ, ਬੁਝਾਰਤਾਂ ਨਾ ਪਾਓ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਮੈਂ ਇਸ ਫੋਨ ਬਾਰੇ ਗੱਲ ਕਰ ਰਹੀ ਹਾਂ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਈਫੋਨ ਵਿੱਚ ਸੀਰੀ ਇੰਟੈਲੀਜੈਂਟ ਸਾਫਟਵੇਅਰ ਅਸਿਸਟੈਂਟ ਜ਼ਰੂਰ ਹੁੰਦਾ ਹੈ। ਤੁਸੀਂ ਸਾਰੇ ਇਸ ਦਾ ਇਸਤੇਮਾਲ ਵੀ ਕਰਦੇ ਹੋ। ਹਾਂ, ਪਰ ਮੈਨੂੰ ਨਹੀਂ ਸੀ ਪਤਾ ਕਿ ਇਹਦੇ ਪਿੱਛੇ ਇੰਨੀ ਲੰਬੀ ਚੌੜੀ ਕਹਾਣੀ ਹੈ। ਬਈ ਸੀਰੀ ਨਾਲ ਤੁਸੀਂ ਗੱਲ ਕਰ ਸਕਦੇ ਹੋ, ਇਸ ਨੂੰ ਕੋਈ ਆਦੇਸ਼ ਦੇ ਸਕਦੇ ਹੋ। ਇਹ ਵਿਚਾਰਾ ਹਮੇਸ਼ਾ ਤੁਹਾਡੀ ਸੇਵਾ 'ਚ ਤਿਆਰ ਰਹਿੰਦਾ ਹੈ, ਬਿਲਕੁਲ ਅਲਾਦੀਨ ਦੇ ਚਿਰਾਗ ਵਿੱਚੋਂ ਨਿਕਲੇ ਜਿੰਨ ਦੀ ਤਰ੍ਹਾਂ। ਪਰ ਜ਼ਿਆਦਾਤਰ ਇਹਦੇ ਜਵਾਬ ਸਪੌਟ ਜੇ ਹੁੰਦੇ ਆ ਜਾਂ ਫਿਰ ਰਟਾਇਆ ਜਾਂ ਬੋਲ ਦਿੰਦਾ। ਜੇਕਰ ਇਹਨੂੰ ਕੋਈ ਔਖਾ ਸਵਾਲ ਕਰੋ ਫਿਰ ਐਵੇਂ ਬੇਤੁਕੇ ਜਿਹੇ ਜਵਾਬ ਦੇਣ ਲੱਗ ਪੈਂਦਾ। ਬਈ ਦੱਸਦੀ ਹਾਂ ਵਰਖਾ, ਜਰਾ ਤੁਸੀਂ ਵੀ ਧਿਆਨ ਨਾਲ ਸੁਣੋ। ਇਸ ਲਈ ਇਸ AI ਸਿਸਟਮ ਨੂੰ ਨੈਰੋ AI ਕਿਹਾ ਜਾਂਦਾ ਹੈ। ਬੀਮਾ ਕੰਪਨੀ ਦੇ ਦਫ਼ਤਰ ਵਿੱਚ ਵੀ ਜਿਹੜਾ AI ਸਿਸਟਮ ਸੀ ਉਹ ਵੀ ਨੈਰੋ AI ਸਿਸਟਮ ਦਾ ਹੀ ਉਦਾਹਰਣ ਹੈ। ਕਈ ਸਾਲਾਂ ਬਾਅਦ ਅਜਿਹੇ AI ਸਿਸਟਮ ਨੂੰ ਜ਼ਿਆਦਾ ਕਾਬਲ ਬਣਾਇਆ ਜਾ ਸਕਦਾ ਹੈ, ਪਰ ਫਿਰ ਵੀ ਇਸ ਦੀਆਂ ਆਪਣੀਆਂ ਸੀਮਾਵਾਂ ਨੇ। ਤਾਂ ਫਿਰ ਇਹ ਨੈਰੋ AI ਸਿਸਟਮ ਕਦੋਂ ਤੱਕ ਜ਼ਿਆਦਾ ਵਿਆਪਕ ਬਣ ਸਕਣਗੇ? ਮੇਰਾ ਮਤਲਬ ਹੈ ਕਿ ਇਹ ਵਾਈਲਡ AI। ਸ਼੍ਰੀਧਰ ਬਾਬੂ, ਇੱਥੇ ਤੁਸੀਂ ਕੁਝ ਗਲਤ ਬੋਲ ਗਏ। ਨੈਰੋ AI ਦਾ ਉਲਟ ਹੁੰਦਾ ਹੈ ਜਨਰਲ AI। ਇਸ ਨੂੰ ਤੁਸੀਂ ਸਟਰੋਂਗ AI ਵੀ ਕਹਿ ਸਕਦੇ ਹੋ। ਚਲੋ, ਮੈਂ ਆਪਣੀ ਨਾਸਮਝੀ ਕਬੂਲ ਕਰਦਾ, ਪਰ ਇਹ ਤਾਂ ਦੱਸੋ ਕਿ ਸਟਰੋਂਗ AI ਦੇ ਦਰਸ਼ਨ ਕਦੋਂ ਹੋਣਗੇ? ਹਾਲ ਫਿਲਹਾਲ ਤਾਂ ਮੈਨੂੰ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਬਈ। ਲੋ, ਕਰ ਲੋ ਗੱਲ। ਕਿੱਥੇ ਤਾਂ ਅਸੀਂ ਉਮੀਦ ਕਰ ਰਹੇ ਸੀ ਕਿ ਤੁਸੀਂ ਸਾਨੂੰ ਅਜਿਹੇ ਸਿਸਟਮ ਬਾਰੇ ਦੱਸੋਗੇ ਜਿਹੜਾ ਸੁਪਰ ਹਿਊਮਨ ਇੰਟੈਲੀਜੈਂਸ ਜਿਹੀ ਤਾਕਤ ਨਾਲ ਲੈਸ ਹੋਵੇਗਾ, ਪਰ ਤੁਸੀਂ ਤਾਂ ਹਥਿਆਰ ਹੀ ਸੁੱਟ ਦਿੱਤੇ ਨੂਪੁਰ ਜੀ। ਦੇਖੋ ਸ਼੍ਰੀਧਰ ਜੀ, ਕੁਦਰਤ ਦੁਆਰਾ ਦਿੱਤੀ ਹੋਈ ਇਨਸਾਨੀ ਬੁੱਧੀ ਨੂੰ ਹੀ ਪੂਰੀ ਤਰ੍ਹਾਂ ਸਮਝ ਪਾਉਣਾ ਬਹੁਤ ਮੁਸ਼ਕਿਲ ਹੈ, ਅਤੇ ਫਿਰ ਆਰਟੀਫੀਸ਼ੀਅਲ ਤਰੀਕੇ ਨਾਲ ਉਸੇ ਤਰ੍ਹਾਂ ਦਾ ਸਿਸਟਮ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਬਈ। ਇੱਕ ਅਜਿਹੀ ਮਸ਼ੀਨ ਜਿਹੜੀ ਬਿਲਕੁਲ ਇਨਸਾਨੀ ਦਿਮਾਗ ਦੀ ਤਰ੍ਹਾਂ ਕੰਮ ਕਰੇ, ਉਹ ਤਾਂ ਫਿਲਹਾਲ ਹਕੀਕਤ ਤੋਂ ਦੂਰ ਹੀ ਹੈ। ਇੱਕ ਮਿੰਟ ਹੈਲੋ ਜੀ, ਮੈਂ ਸ਼੍ਰੀਧਰ ਹੀ ਬੋਲਦਾ। ਅੱਛਾ, ਬੀਮਾ ਕੰਪਨੀ ਤੋਂ? ਜੀ ਮੈਂ ਸਮਝ ਗਿਆ। ਕਦੋਂ? ਹਾਂ ਬੀਮੇ ਦਾ ਕਲੇਮ। ਅੱਛਾ, ਬਹੁਤ ਧੰਨਵਾਦ ਜੀ ਪੱਕਾ। ਹਾਂ ਮੈਂ ਕੱਲ ਦੁਪਹਿਰ ਤੋਂ ਪਹਿਲਾਂ ਹੀ ਜੀ। ਓਕੇ। ਵਾਹ ਜੀ ਵਾਹ, ਮੈਨੂੰ ਲੱਗਦਾ ਸ਼੍ਰੀਧਰ ਜੀ ਨੂੰ ਕੋਈ ਖੁਸ਼ਖਬਰੀ ਮਿਲੀ ਹੈ। ਬਿਲਕੁਲ, ਬੀਮਾ ਕੰਪਨੀ ਨੇ ਮੇਰੇ ਕਲੇਮ ਦੇ ਮਾਮਲੇ ਨੂੰ ਸੁਲਝਾ ਲਿਆ। ਹਾਦਸੇ ਦੇ ਬਾਅਦ ਮੈਂ ਜਿਹੜੀ ਬੀਮੇ ਦੀ ਰਕਮ ਦਾ ਦਾਅਵਾ ਕੀਤਾ ਸੀ, ਕੰਪਨੀ ਉਸ ਦਾ 90% ਦੇਣ ਲਈ ਮੰਨ ਗਈ ਹੈ। ਵਾਹ ਬਈ ਵਾਹ, ਇਹ ਤਾਂ ਬੜੀ ਚੰਗੀ ਗੱਲ ਹੈ। ਇਸ ਦਾ ਮਤਲਬ ਇਹ ਹੋਇਆ ਕਿ ਨੈਰੋ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਸਾਡੇ ਹੱਕ ਵਿੱਚ ਹੀ ਕੰਮ ਕੀਤਾ ਹੈ। ਬਿਲਕੁਲ ਅਜਿਹਾ ਹੀ ਲੱਗਦਾ ਹੈ। ਮੈਨੂੰ ਵੀ ਦੁਪਹਿਰ ਤੋਂ ਪਹਿਲਾਂ ਉਹਨਾਂ ਦੇ ਦਫ਼ਤਰ ਪਹੁੰਚਣਾ ਹੋਵੇਗਾ ਤਾਂ ਕਿ ਬਾਕੀ ਕਾਗਜ਼ੀ ਕਾਰਵਾਈ ਪੂਰੀ ਕਰ ਸਕਾਂ। ਜਾਓ ਸ਼੍ਰੀਧਰ ਬਾਬੂ ਜੀ, ਜਲਦੀ ਜਾਓ,
ਨੈਰੋ ਆਈ ਦੀ ਬਦੌਲਤ ਜਿਹੜੀ ਰਕਮ ਹਾਸਲ ਹੋਈ ਨਾ, ਜਲਦੀ ਜਲਦੀ ਕਬਜ਼ੇ 'ਚ ਲੈ ਲਓ। ਹੁਣ ਨੋਟ ਕਰੋ ਇਸ ਕੜੀ 'ਚ ਪੁੱਛੇ ਜਾਣ ਵਾਲੇ ਸਵਾਲ। ਸਵਾਲ ਨੰਬਰ 1, ਮੇਰਾ ਪਿਆਰਾ ਵਾਟਸਨ ਵਿੱਚ ਨਾਟਕ ਕਿਸ ਸਮੱਸਿਆ ਉੱਪਰ ਕੇਂਦਰਿਤ ਹੈ? ਸਵਾਲ ਨੰਬਰ 2, ਬੀਮਾ ਕੰਪਨੀ ਕਿਵੇਂ ਪਤਾ ਲਗਾਉਂਦੀ ਹੈ ਕਾਰ ਨੂੰ ਹੋਏ ਨੁਕਸਾਨ ਦਾ? ਸਵਾਲਾਂ ਦੇ ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰੋ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿਨ 144001। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 18ਵੀਂ ਕੜੀ। ਮੂਲ ਲੇਖਣ ਡਾਕਟਰ ਮਾਨਸ ਪ੍ਰੀਤਮ ਦਾਸ, ਸੰਕਲਪ ਤੇ ਲੜੀਵਾਰ ਸੰਯੋਜਕ ਡਾਕਟਰ BK ਤਿਆਗੀ, ਪੰਜਾਬੀ ਰੂਪਾਂਤਰ ਤੇ ਖੋਜ ਭਾਰਤ ਗਿਆਨ ਵਿਗਿਆਨ ਸਮਿਤੀ ਪੰਜਾਬ ਤੇ ਚੰਡੀਗੜ੍ਹ। ਭਾਗ ਲੈਣ ਵਾਲੇ ਕਲਾਕਾਰ ਸੁਰਿੰਦਰ ਬਾਠ, ਸੁਨੀਲ ਜੋਸ਼ੀ, ਅਨਿਲ ਸ਼ਰਮਾ, ਕਰਨ, ਕੁਸੁਮ, ਰਜਨੀ, ਕਵਿਤਾ, ਗੁਰਜੀਤ ਕੌਰ, ਨੀਤੂ, ਪ੍ਰਭਾਸ਼ ਪੰਡਿਤ, ਅਮਿਤ ਸ਼ਰਮਾ ਤੇ ਰਜਿੰਦਰ ਕੁਮਾਰ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ, ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।